Like the video, subscribe to the channel and press the bell icon for latest video updates. ਦਰਸ਼ਕੋ ਅੱਜ ਅਸੀਂ ਇੱਕ ਬਹੁਤ ਇੰਟਰਸਟਿੰਗ ਟੌਪਿਕ ਲੈ ਕੇ ਆਏ ਹੈਗੇ ਆ। ਕੱਲ ਮੈਂ ਨੈਟ ਜਦੋਂ ਦੇਖ ਰਿਹਾ ਸੀ ਤੇ ਵਰਲਡ ਦੇ 50 ਕੰਟਰੀ ਹੈਗੇ ਜਿਹਦੇ ਵਿੱਚ ਕੈਂਸਰ, ਐਂਗਜ਼ਾਇਟੀ, ਡਿਪਰੈਸ਼ਨ, ਸੀਜ਼ੋਫਰੀਨੀਆ ਵਰਗੀਆਂ ਬਿਮਾਰੀਆਂ ਕਰਕੇ ਜੋ ਮੌਤਾਂ ਹੋ ਰਹੀਆਂ ਹੈਗੀਆਂ ਉਹ ਯੂਰਪੀਅਨ ਤੇ ਅਮਰੀਕਨ ਬਲੌਕ ਵਾਲੇ ਕੰਟਰੀਜ਼ ਹੈਗੇ ਜਾਂ ਸਕੈਂਡੀਨੇਵੀਅਨ ਕੰਟਰੀਜ਼ ਹੈਗੇ ਆ। ਅੱਜ ਖਾਸ ਤੌਰ ਤੇ ਡਾਕਟਰ ਦੋਸਾਂਝ ਨੂੰ ਮੈਂ ਬੇਨਤੀ ਕੀਤੀ ਹੈ ਕਿ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਹੁਣ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਡਾਕਟਰ ਜਸਵੀਰ ਸਿੰਘ ਦੋਸਾਂਝ, MD ਸਕਿਨ ਸਪੈਸ਼ਲਿਸਟ, ਸਪਿਰਿਚੁਅਲਿਟੀ ਮੈਡੀਟੇਸ਼ਨ ਦੇ ਬੜੇ ਮਾਹਰ ਹੈਗੇ। ਡਾਕਟਰ ਸਾਹਿਬ ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈਗਾ। प्यारे दर्शकों, आप सबके भीतर स्वयं प्रकाशमान ज्योत को मेरा नमन। ਡਾਕਟਰ ਸਾਹਿਬ ਸਾਡਾ ਤਾਂ ਇਹ ਕੰਟਰੀ ਗਰੀਬ ਆ, ਪੈਸੇ ਰਿਸੋਰਸਿਸ ਦੀ ਕਮੀ ਆ ਤੇ ਬਾਹਰ ਜਿਹੜਾ ਹੈਗਾ ਪੈਸਾ ਵੀ ਬੜਾ ਆ, ਰਿਸੋਰਸਿਸ ਵੀ ਬੜੇ ਹੈਗੇ ਆ। ਇੱਦਾਂ ਦੀ ਜਿਹੜੀ ਬੜੀ ਖਾਸ ਤੌਰ 'ਤੇ ਕੈਂਸਰ, ਐਂਗਜ਼ਾਇਟੀ ਵਾਲੀ ਜਿਹੜੀ ਇੱਦਾਂ ਦੀ ਬ੍ਰੇਨ ਡਿਸਆਰਡਰ ਦਾ ਮੈਂਟਲ ਟੈਂਸ਼ਨ, ਇਹ ਕਿਉਂ ਇਸ ਤਰ੍ਹਾਂ ਦਾ ਪ੍ਰੈਵਲੈਂਟ ਹੈਗਾ? ਭਾਰਤ ਸਾਹਿਬ ਆਪਾਂ ਪਿਛਲੇ 200-300 ਸਾਲ ਦਾ ਅਗਰ ਡਿਵੈਲਪਮੈਂਟ 'ਤੇ ਨਿਗਾਹ ਮਾਰੀਏ ਜੀ, ਭਾਵ ਜਦੋਂ ਦਾ ਇਹ ਕੈਪੀਟਲਿਸਟ ਈਰਾ ਸ਼ੁਰੂ ਹੋਇਆ, ਹਾਂਜੀ, ਜਾਂ ਇੰਡਸਟਰੀਅਲ ਰੈਵੋਲੂਸ਼ਨ ਆਈ, ਮਾਡਰਨ ਸਾਇੰਸ ਐਂਡ ਟੈਕਨੋਲੋਜੀ ਆਈ, ਹਾਂਜੀ, ਇਸ ਨੇ ਆ ਕੇ ਮਟੀਰੀਅਲ ਰਿਸਰਚ ਨੂੰ ਇੱਕ ਨਵਾਂ ਮੋੜ ਦਿੱਤਾ। ਹਾਂਜੀ, ਇਤਨੀ ਬਿਊਟੀਫੁਲ ਮਟੀਰੀਅਲ ਰਿਸਰਚ ਸਾਨੂੰ ਪਿਛਲੇ 200-300 ਸਾਲ 'ਚ ਦੇਖਣ ਨੂੰ ਮਿਲਦੀ ਆ। ਹਾਂਜੀ, ਐਂਡ ਇਸ ਨੇ ਨਵੀਂ ਸਾਇੰਸ ਐਂਡ ਟੈਕਨੋਲੋਜੀ ਜਿਹੜੀ ਇਹਦੇ ਵਿੱਚੋਂ ਨਿਕਲੀ, ਹਾਂਜੀ, ਇਹ ਤਾਂ ਸਭ ਤੋਂ ਜ਼ਿਆਦਾ ਵੱਧ ਬੈਨੀਫਿਟ ਹੋਇਆ ਮੈਨਕਾਈਂਡ ਨੂੰ, ਉਹ ਹੈ ਦਿਸ ਇਕਨੋਮਿਕ ਐਂਡ ਮਟੀਰੀਅਲ ਪ੍ਰੋਸਪੈਰਿਟੀ। ਹਾਂਜੀ, ਸਾਡੀਆਂ ਰੋਜ਼ਮਰਾ ਦੀਆਂ ਜੋ ਸਾਡੀਆਂ ਜ਼ਰੂਰਤਾਂ ਸੀਗੀਆਂ ਉਹ ਇਸ ਮਾਡਰਨ ਸਾਇੰਸ ਐਂਡ ਟੈਕਨੋਲੋਜੀ ਨੇ ਪੂਰੀਆਂ ਕਾਫੀ ਹੱਦ ਤੱਕ ਪੂਰੀਆਂ ਕੀਤੀਆਂ। ਹਾਂਜੀ, ਕੋਈ ਸ਼ੱਕ ਨਹੀਂ ਕਿ ਇਸ ਤੋਂ ਪਹਿਲਾਂ ਦਾ ਜੋ ਯੁੱਗ ਸੀ ਉਹਦੇ ਵਿੱਚ ਜੋ ਰੂਲਿੰਗ ਜਾਂ ਕਹ ਲਈਏ ਸਟੇਟ ਦਾ ਜੋ ਪੈਟਰਨ ਸੀ ਟੂ ਰੂਲ ਦਾ ਮਾਸਿਸ, ਉਹਦਾ ਆਧਾਰ ਚਰਚ ਸੀ ਜਾਂ ਰਿਲੀਜੀਅਸ ਸਕ੍ਰਿਪਚਰ ਸਨ। ਉਹਨੂੰ ਕਹਿੰਦੇ ਨੇ ਕਿ ਚਰਚ ਐਂਡ ਸਟੇਟ ਦਾ ਬਹੁਤ ਨਜ਼ਦੀਕੀ ਰਿਸ਼ਤਾ ਸੀਗਾ, ਉਹਦੇ ਮੁਤਾਬਕ ਚੱਲਦੇ ਸੀਗੇ। ਲੇਕਿਨ ਇਹ ਸਾਰੀ ਡਿਵੈਲਪਮੈਂਟ ਦੇ ਵਿੱਚ ਜਿੱਥੇ ਇਹ ਪੂੰਜੀਵਾਦੀ ਡਿਵੈਲਪਮੈਂਟ ਨੇ ਇਤਨੀ ਬਿਊਟੀਫੁਲ ਦੇਣ ਦਿੱਤੀ ਆ, ਐਂਡ ਉਹਦੇ ਵਾਸਤੇ ਜਿਨ੍ਹਾਂ ਕੰਟਰੀ ਦਾ ਤੁਸੀਂ ਨਾਂ ਲਿਆ, ਉਹਨਾਂ ਕੰਟਰੀ ਦੇ ਚਿੰਤਕ, ਉਹਨਾਂ ਦਾ ਕੰਟਰੀ ਦੇ ਰਾਈਟਰਸ, ਉਹਨਾਂ ਕੰਟਰੀ ਦੇ ਜੋ ਵੀ ਸਕਾਲਰਸ ਨੇ, ਐਂਡ ਉਹਨਾਂ ਦੇ ਸਾਇੰਟਿਸਟ ਨੂੰ ਕਹਿ ਲਈਏ, ਉਹਨਾਂ ਸਾਰਿਆਂ ਦੀ ਬਹੁਤ ਜ਼ਬਰਦਸਤ ਕੰਟਰੀਬਿਊਸ਼ਨ ਹੈ। ਹਾਂਜੀ, ਬਹੁਤ ਸੈਕਰੀਫਾਈਸ ਹੈ, ਬਹੁਤ ਉਹਨਾਂ ਦੀ ਕੰਟਰੀਬਿਊਸ਼ਨ ਹੈ। ਹਾਂਜੀ, ਸੋ ਜਿੱਥੇ ਇੱਕ ਤਰਫ ਇਹ ਚਰਚ ਐਂਡ ਸਟੇਟ ਦਾ ਰਿਸ਼ਤਾ ਟੁੱਟਿਆ, ਨਵੀਂ ਆਜ਼ਾਦੀ ਦਾ ਵਾਤਾਵਰਨ ਸ਼ੁਰੂ ਹੋਇਆ, ਹਾਂਜੀ, ਸੈਕੂਲਰ ਕੌਨਸਟੀਟਿਊਸ਼ਨ ਬਣ ਗਏ। ਹਾਂਜੀ, ਚਰਚ ਦੀ ਜਿਹੜੀ ਸਰਦਾਰੀ ਸੀ ਉਹ ਰਹੀ, ਇਹ ਨਹੀਂ ਕਿ ਉਹ ਖਤਮ ਹੋ ਗਈ, ਲੇਕਿਨ ਉਹ ਪਿੱਛੇ ਕਾਫੀ ਹੱਦ ਤੱਕ ਪਿੱਛੇ ਚਲੀ ਗਈ। ਪਿੱਛੇ ਚਲ ਗਈ। ਹਾਂਜੀ, ਹਾਂਜੀ। ਸੋ ਇੱਕ ਇਸ ਨਵੀਂ ਸਾਇੰਸ ਐਂਡ ਟੈਕਨੋਲੋਜੀ ਦੇ ਆਉਣ ਦੇ ਨਾਲ ਇੱਕ ਮਨੁੱਖ ਦੇ ਵਿੱਚ ਸਾਈਕੋਲੋਜੀਕਲੀ ਆਣ ਵੜਿਆ ਕਿ ਇਹ ਜੋ ਨੇਚਰ ਹੈ, ਇਹ ਮੈਂ ਇਹਦੇ ਪ੍ਰਤੀ ਇੰਨਾ ਕੁਝ ਜਾਣ ਲਿਆ, ਮੈਂ ਇਹਦੇ ਪ੍ਰਤੀ ਹੋਰ ਕੁਝ ਜਾਣ ਸਕਦਾ, ਹੋਰ ਕੁਝ ਜਾਣਿਆ ਜਾਵੇ। ਐਂਡ ਇਸ ਨੇਚਰ ਨੂੰ ਜਾਣਦੇ ਇਸ ਮਨੁੱਖੀ ਸਾਈਕੋਲੋਜੀ ਦਾ ਇੱਕ ਇਹੋ ਜਿਹੀ ਲਿਮਿਟੇਸ਼ਨ ਹੋ ਗਈ ਕਿ ਇਹੋ ਜਿਹਾ ਇੱਕ ਮਿਸਕਨਸੈਪਸ਼ਨ ਹੋ ਗਈ ਕਿ ਮੈਂ ਇਸ ਨੇਚਰ ਨੂੰ ਜਿੱਤ ਲੈਣਾ। ਹਾਂਜੀ, ਹਾਂਜੀ। ਤੋ ਲੇਕਿਨ ਹੁਣ 21ਵੀਂ ਸਦੀ ਵਿੱਚ ਹੀ ਆ ਜਾਈਏ, 20ਵੀਂ ਸਦੀ ਦੇ ਵਿੱਚ ਤਾਂ ਪੀਕ 'ਤੇ ਸੀ ਸਾਰਾ ਸਿਲਸਿਲਾ ਨੇਚਰ ਨੂੰ ਜਿੱਤਣ ਦਾ ਫੈਨੋਮਨਾ। ਹਾਂਜੀ, ਹੁਣ 21ਵੀਂ ਸਦੀ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਕਨਸੈਪਟ ਇਹੀ ਹੈ ਕਿ ਨੇਚਰ ਨੂੰ ਜਿੱਤਣਾ। ਇੱਕ ਤਾਂ ਇਹ ਯੂ ਕੈਨ ਸੇ ਸਮ ਸੌਰਟ ਆਫ ਇਰਲੀਜੀਅਸ ਫੈਨੋਮਨਾ ਸ਼ੁਰੂ ਹੋ ਗਿਆ ਨੇਚਰ ਨੂੰ ਜਿੱਤਣ ਦਾ। ਜੀ, ਜੀ। ਦੂਸਰਾ, ਮਟੀਰੀਅਲ ਫੈਸਿਲਿਟੀਜ਼ ਇੰਨੀਆਂ ਹੋ ਗਈਆਂ ਕਿ ਅੱਜ ਤੋਂ 100 ਸਾਲ ਪਹਿਲਾਂ, 200 ਸਾਲ ਪਹਿਲਾਂ ਮਨੁੱਖ ਦੀ ਇੱਕੋ ਇੱਕ ਚਿੰਤਾ ਹੁੰਦੀ ਸੀਗੀ ਕਿ ਮੇਰੇ ਪਾਸ ਚੰਗਾ ਘਰ ਹੋਵੇ, ਖੁੱਲ੍ਹੇ ਡੁੱਲੇ ਪੈਸੇ ਹੋਣ, ਗੱਡੀ ਹੋਵੇ, ਹਰ ਮਟੀਰੀਅਲ ਫੈਸਿਲਿਟੀਜ਼ ਹੋਣ ਤੇ ਮੇਰਾ ਘਰ-ਬਾਰ ਪੂਰਾ ਹੈਗਾ ਆ। ਇਹ ਚੀਜ਼ਾਂ ਬੜੀਆਂ ਮਾਈਨਰ ਨੇ। ਹਾਂਜੀ, ਹਾਂਜੀ। ਭਾਰਤ ਸਾਹਿਬ ਆਪਾਂ ਜਿਹੜਾ ਵਿਸ਼ਾ ਹਰ ਵਾਰ ਵਿਚਾਰਦੇ ਹੈਗੇ ਆ,
ਸਾਡੇ ਵਿਸ਼ੇ ਦਾ ਸੰਬੰਧ ਜਿੱਦਾਂ ਆਪਾਂ ਕਿਤੇ ਵੀ ਚਲੇ ਜਾਈਏ, ਜੋ ਮਰਜ਼ੀ ਵਿਸ਼ਾ ਲੈ ਲਈਏ, ਉਹਦਾ ਸੰਬੰਧ ਸਾਡਾ ਅਥੈਂਟਿਕ ਰਿਲੀਜਨ ਜਾਂ ਸਪਿਰਿਚੁਅਲਿਜ਼ਮ ਦੇ ਨਾਲ ਆਣ ਖੜਦਾ ਆ ਕਿ ਜਿਵੇਂ ਜਿਵੇਂ ਇਹ ਮਨੁੱਖ ਮਟੀਰੀਅਲੀ ਪ੍ਰੋਸਪੈਰਸ ਹੋਇਆ, ਉਵੇਂ ਉਵੇਂ ਹੀ ਇਹ ਇਸ ਅਥੈਂਟਿਕ ਰਿਲੀਜਨ ਤੋਂ ਦੂਰ ਹੁੰਦਾ ਗਿਆ। ਰਹਿੰਦੀ ਖੁੰਦੀ ਕਸਰ ਉਸ ਨੂੰ ਅਥੈਂਟਿਕ ਰਿਲੀਜਨ ਦੂਰ ਕਰਨ ਦੀ ਪੇਸ਼ ਕਰ ਦਿੱਤੀ ਮਾਰਕਸਿਜ਼ਮ ਨੇ। ਹਾਂਜੀ ਹਾਂਜੀ। ਸੋ ਆਪਾਂ ਜਦੋਂ ਇਹਨੂੰ ਇੱਕ ਧਾਰਮਿਕ ਨਜ਼ਰੀਏ ਤੋਂ ਲਵਾਂਗੇ ਤਾਂ ਇਹ ਜੋ ਕੁਛ ਵੀ ਸਾਰੇ ਦਾ ਸਾਰਾ ਸੰਸਾਰਿਕ ਜਾਂ ਪਦਾਰਥਵਾਦੀ ਜਾਂ ਆਬਜੈਕਟਿਵ ਵਰਲਡ ਦੇ ਵਿੱਚ ਜੋ ਵੀ ਖੇਡ ਤਮਾਸ਼ਾ ਹੈ, ਇਹ ਕੁਛ ਆਲਮਾਈਟੀ ਦਾ, ਜਿਹਨੂੰ ਅਸੀਂ ਕਹਿੰਦੇ ਨਿਯਮ, ਪਰਮ ਨਿਯਮ, ਇਹਨੂੰ ਨਾਨਕ ਹੁਕਮ ਕਹਿੰਦੇ ਨੇ, ਆਪਾਂ ਬਾਰ-ਬਾਰ ਉਸਨੂੰ ਰਿਪੀਟ ਕਰਦੇ ਹਾਂ। ਲਾਓ ਤਸੇ ਉਸਨੂੰ ਤਾਓ ਕਹਿੰਦੇ ਨੇ, ਭਗਵਾਨ ਬੁੱਧ ਉਸਨੂੰ ਦਮ ਕਹਿੰਦੇ ਨੇ, ਭਾਰਤੀ ਦਰਸ਼ਨ ਨੇ ਉਹਨੂੰ ਰਿਤ ਕਿਹਾ। ਹਾਂਜੀ। ਸੋ ਇਹ ਜੋ ਸਾਰੀਆਂ ਜੋ ਚੀਜ਼ਾਂ ਨੇ, ਇਹ ਆਧਾਰ ਹੈ, ਇਹ ਜੋ ਪਰਮ ਨਿਯਮ ਹੈ, ਜੋ ਆਪਾਂ 4-5 ਚੀਜ਼ਾਂ ਲਈਆਂ, ਇਸ ਤੋਂ ਮਨੁੱਖ ਜਿਵੇਂ ਜਿਵੇਂ ਟੁੱਟੇਗਾ, ਦੂਰ ਹੋਵੇਗਾ, ਹਾਂਜੀ, ਉਵੇਂ ਉਵੇਂ ਹੀ ਭਾਂਤ ਦੀਆਂ ਇਹੋ ਜਿਹੀਆਂ ਫਿਜ਼ੀਕਲ ਐਂਡ ਸਾਈਕੋਲੋਜੀਕਲ ਏਲਮੈਂਟਸ ਤੋਂ ਸ਼ਿਕਾਰ ਹੁੰਦਾ ਜਾਏਗਾ, ਜਿਨ੍ਹਾਂ ਦਾ ਤੁਸੀਂ ਨਾਂ ਲਿਆ। ਜੀ ਜੀ ਜੀ। ਸੋ ਇਹ ਫਿਰ ਕੀ ਖੇਡ ਤਮਾਸ਼ਾ ਕਿਆ ਹੈ ਇਹ ਉਸ ਪਰਮ ਨਿਯਮ ਦਾ? ਇਹਨੂੰ ਮੈਂ ਖੇਡ ਤਮਾਸ਼ਾ ਹੀ ਕਹਾਂਗਾ, ਕਿਉਂਕਿ ਅਸੀਂ ਜੋ ਜਨਮ ਲੈਂਦੇ ਹਾਂ ਇਹਦੇ ਵਿੱਚ ਇਹ ਜੋ ਤਾਓ ਦਾ ਨਿਯਮ ਹੈ ਜਾਂ ਨਾਨਕ ਦਾ ਹੁਕਮ ਹੈ, ਉਹ ਪਰਮ ਨਿਯਮ ਮਨੁੱਖ ਨੂੰ ਇਸ ਜੀਵਨ ਦੇ ਵਿੱਚ ਇੱਕ ਕਿਸਮ ਦਾ ਇਸ ਪ੍ਰਕਾਰ ਦਾ ਇੰਟੈਂਗਲ ਕਰ ਲੈਂਦਾ ਆ, ਉਲਝਾ ਦਿੰਦਾ ਆ ਕਿ ਉਸ ਉਲਝਣ ਦੇ ਵਿੱਚ ਉਹ ਜੋ ਉਹਦਾ ਅਸਲ ਹੈ ਉਹ ਖਤਮ ਹੋ ਜਾਂਦਾ। ਨਾ ਤੂੰ ਆਪਣੇ ਅਸਲ ਤੋਂ ਜਾਣੂ ਹੁੰਦਾ, ਨਾ ਉਹ ਆਪਣੇ ਇਸ ਜੀਵਨ ਦੇ ਅਸਲ ਮਕਸਦ ਤੋਂ ਜਾਣੂ ਹੁੰਦਾ ਕਿ ਵੀ ਮੈਂ ਇੱਥੇ ਕਰਨ ਕੀ ਆਇਆ। ਮਤਲਬ ਇਨਸਾਨ ਆਪਣੀਆਂ ਰੂਟਸ ਖੋ ਦਿੰਦਾ ਹੈਗਾ। ਹੁਣ ਤੁਸੀਂ ਇੱਕ ਚੀਜ਼ ਨੋਟ ਕਰਕੇ ਦੇਖੋ ਕਿ ਇਹ ਸਾਰੀਆਂ ਬਿਮਾਰੀਆਂ ਹਿੰਦੁਸਤਾਨ 'ਚ ਕਿਉਂ ਘੱਟ ਨੇ? ਅਸੀਂ ਮਾੜੇ ਆ ਚੰਗੇ ਆ, ਬੇਸ਼ੱਕ ਸਾਨੂੰ ਇਹਨਾਂ ਨੇ ਡਿਕਲੇਅਰ ਕਰਤਾ ਹੈ ਕਿ ਇਹ ਪੂਅਰ ਕੰਟਰੀ ਨੇ, ਇਕਨੋਮਿਕਲੀ ਬੈਕਵਰਡ ਕੰਟਰੀ ਨੇ, ਬਟ ਜਿਸ ਤਰੀਕੇ ਨਾਲ ਵੀ ਹਾਂ ਸਾਡੀਆਂ ਇੱਕ ਰਿਲੀਜੀਅਸ ਰੂਟਸ ਨੇ। ਜੀ ਜੀ। ਉਹ ਰਿਲੀਜੀਅਸ ਰੂਟਸ ਦੀ ਜਿਹੜੀ ਬੁਨਿਆਦ ਹੈ ਉਹਨੂੰ ਭਾਰਤੀ ਦਰਸ਼ਨ ਨੇ ਨਾਮ ਦਿੱਤਾ ਕੌਨਸ਼ੀਅਸਨੈਸ। ਸਾਡੀ ਸਾਰੀ ਦੀ ਸਾਰੀ ਹਿਸਾਬ ਕਿਤਾਬ ਜੋ ਹੈਗੀ ਸਾਡੀ ਸਾਈਕੋਲੋਜੀ ਦਾ ਆਧਾਰ ਉਹ ਸਾਡੀ ਕੌਨਸ਼ੀਅਸਨੈਸ ਹੈ। ਜਿਹੜੇ ਲੋਕ ਇਸ ਭਾਰਤੀ ਦਰਸ਼ਨ ਦੇ ਐਂਟੀ, ਜਿਵੇਂ ਕਿ ਮਾਰਕਸਿਸਟ ਹੋਏ, ਟੋਟਲ ਵਰਲਡ ਦੇ ਵਿੱਚ ਇੱਕ ਇਹੋ ਜਿਹੀ ਵਿਚਾਰਧਾਰਾ ਹੈ ਮਾਰਕਸਿਜ਼ਮ, ਜਿਹੜੀ ਕਿ ਇਸ ਕੌਨਸ਼ੀਅਸਨੈਸ ਤੋਂ ਇਨਕਾਰੀ ਆ। ਹਿੰਦੁਸਤਾਨ ਦੇ ਵਿੱਚ ਹੀ ਅਗਰ ਕੋਈ ਸਾਡੀ ਭਾਰਤੀ ਦਰਸ਼ਨ ਸਭ ਤੋਂ ਵੱਡੇ ਵਿਰੋਧੀ ਨੇ ਤਾਂ ਇਹ ਮਾਰਕਸਿਸਟ ਲੋਕ ਹੀ ਨੇ, ਜਿਹੜੇ ਕਿ ਇਸ ਚੀਜ਼ ਤੋਂ ਇਨਕਾਰੀ। ਉਹ ਕਹਿੰਦੇ ਕੌਨਸ਼ੀਅਸ ਨਾਂ ਦੀ ਚੀਜ਼ ਕੋਈ ਨਹੀਂ। ਲੋਕੋ ਸਾਰੀ ਬੁਨਿਆਦ ਇਸ ਚੀਜ਼ 'ਤੇ ਪਈ ਆ। ਸਾਡੇ ਤਾਂ ਅਥੈਂਟਿਕ ਰਿਲੀਜਨ ਦੀ ਬੁਨਿਆਦ ਵੀ ਇਹ ਚੀਜ਼ ਕਹਿੰਦੀ ਹੈਗੀ ਆ ਕਿ ਬਈ ਇਹ ਜੋ ਪੁਰਾਣੀ ਜਿਹੜਾ ਤੂੰ ਸਰੀਰ ਲੈ ਕੇ ਆਇਆ, ਇਹ ਪ੍ਰਕਿਰਤੀ ਦਾ ਐਂਡ ਕੌਨਸ਼ੀਅਸਨੈਸ ਦੀ ਯੂਨਿਟੀ ਹੈ। ਐਂਡ ਇਹਦੇ ਦੋਵਾਂ ਦੇ ਯੂਨਿਟ ਦੇ ਵਿਚਕਾਰ ਇੱਕ 3 ਐਲੀਮੈਂਟ ਆ ਜਾਂਦੇ ਨੇ, ਮਨ, ਬੁੱਧੀ, ਹੰਕਾਰ, ਜਿਹਦੇ ਕਾਰਨ ਅਸੀਂ ਇਹ ਸਾਰੀ ਜੋ ਪਿਛਲੇ 200-300 ਸਾਲ ਦੀ ਖੋਜ ਕੀਤੀ ਹੈਗੀ ਆ ਮਨੁੱਖ ਦੀ ਪ੍ਰੋਸਪੈਰਿਟੀ ਵਾਸਤੇ, ਅਸੀਂ ਬਹੁਤ ਹੰਭਲੇ ਮਾਰੇ ਨੇ। ਉਹ ਸਾਰੇ ਉਸ ਮਨ, ਬੁੱਧੀ, ਹੰਕਾਰ ਦੀ ਪੂਰਤੀ ਵਿੱਚੋਂ ਹੀ ਨਿਕਲੀ ਹੋਈ ਖੋਜ ਦਾ ਨਤੀਜਾ ਹੈ। ਇੱਕ ਆਮ ਜਿਹੜਾ ਇਨਸਾਨ ਹੈਗਾ ਉਹ ਕਿਸ ਤਰ੍ਹਾਂ ਦਾ ਇੱਕ ਆਦਰਸ਼ਵਾਦੀ ਜੀਵਨ ਬਣਾਵੇ, ਜਿਹਦੇ ਨਾਲ ਇੱਕ ਦੇਖੋ ਮਾਡਰਨਿਟੀ ਨਾਲ ਵੀ ਟੱਚ ਰਹਿਣਾ ਪਏਗਾ ਅਤੇ ਆਪਣੇ ਰੂਟਸ ਨਾਲ ਵੀ ਜੁੜਿਆ ਰਹਿਣਾ ਜ਼ਰੂਰੀ ਹੈਗਾ। ਇਸ ਤਰ੍ਹਾਂ ਦਾ ਕਿਵੇਂ ਮਾਰਗਦਰਸ਼ਨ ਕਰਨਾ ਚਾਹੁੰਦੇ ਤੁਸੀਂ? ਦੇਖੋ, ਇਹਦੇ 'ਚ ਭਾਰਤ ਸਾਹਿਬ ਸਭ ਤੋਂ ਜਿਹੜੀ ਇੰਪੋਰਟੈਂਟ ਮੈਂ ਚੀਜ਼ ਲਵਾਂਗਾ, ਹਾਂਜੀ, ਉਹਦੇ ਵਿੱਚ ਕੋਈ ਇਹ ਵੱਖ ਨਹੀਂ ਚੀਜ਼ਾਂ ਹੈਗੀਆਂ। ਅੱਛਾ ਜੀ। ਜਿਸ ਆਬਜੈਕਟਿਵ ਵਰਲਡ ਦੀ ਜਾਂ ਮਟੀਰੀਅਲ ਵਰਲਡ ਦੀ ਤੁਸੀਂ ਗੱਲਬਾਤ ਕਰ ਰਹੇ ਹੋ, ਇਹ ਕਿਸੇ ਸਾਡੇ ਸਬਜੈਕਟਿਵ ਵਰਲਡ ਤੋਂ ਵੱਖਰਾ ਵਰਲਡ ਨਹੀਂ। ਹਾਂਜੀ। ਇਹਨੂੰ ਸਾਡੇ ਮਨ, ਬੁੱਧੀ, ਹੰਕਾਰ ਨੇ ਜਾਂ ਮਾਡਰਨ ਜਿਹੜੀ ਸਾਡੀ ਡਿਵੈਲਪਮੈਂਟ ਹੋਈ ਹੈਗੀ ਆ ਸਾਈਕੋਲੋਜੀ ਦੀ, ਉਹਨੇ ਇਹਨੂੰ ਬੇਸ਼ੱਕ 2 'ਚ ਵੰਡ ਦਿੱਤਾ।
अच्छा जी। एक उन्होंने कहता है कि संसार है, ऑब्जेक्टिव फिनोमेना है, मटीरियल वर्ल्ड है। दूसरे पास सब्जेक्टिव फिनोमेना है, स्पिरिचुअल वर्ल्ड है। ਹੁਣ ਅਨਫੋਰਚੂਨੇਟਲੀ ਨਾ ਤਾਂ ਸਪਿਰਿਚੁਅਲ ਵਰਲਡ ਨੂੰ ਫੋਲੋ ਕਰਨ ਵਾਲੇ ਕੰਪਲੀਟ ਨੇ ਤੇ ਨਾ ਹੀ ਮਟੀਰੀਅਲ ਵਰਲਡ ਨੂੰ ਫੋਲੋ ਕਰਨ ਵਾਲੇ ਪੂਰੇ ਕੰਪਲੀਟ ਨੇ। ਖਿਚੜੀ ਬਣੀ ਆ ਵਿੱਚ, ਦੋਨੇ ਇਨਕੰਪਲੀਟ ਨੇ। ਕਿਉਂਕਿ ਬੁਨਿਆਦ ਦੋਨਾਂ ਦੀ ਜੋ ਹੈ ਉਹ ਹੈ ਕੌਨਸ਼ੀਅਸਨੈਸ, ਚੇਤਨਾ। ਉਹ ਚੇਤਨਾ ਹੀ ਹੁਕਮ ਹੈ, ਉਹ ਚੇਤਨਾ ਹੀ ਪਰਮ ਨਿਯਮ ਹੈ। ਉਸ ਚੇਤਨਾ ਦੇ ਤਹਿਤ ਹੀ ਆਪਾਂ ਪਹਿਲਾਂ ਹੁਣ ਗੱਲ ਕਰਦੇ ਹਟੇ ਹੈਗੇ ਆ ਕਿ ਪ੍ਰਕਿਰਤੀ ਦੇ ਐਲੀਮੈਂਟਸ ਐਂਡ ਚੇਤਨਾ ਦੀ ਯੂਨਿਟੀ ਦੇ ਉੱਪਰ ਹੀ ਇਹ ਸਾਰੀ ਡਿਵੈਲਪਮੈਂਟ ਖੜੀ ਆ। ਹਰ ਵਾਰ ਆਪਣੀ ਡਿਸਕਸ਼ਨ ਆਉਂਦੀ ਹੈਗੀ ਆ ਕਿ ਇਹ ਕੌਨਸ਼ੀਅਸਨੈਸ ਦਾ ਅਸੀਂ ਇੱਕ ਲਟੇਰੀ ਮੀਨਿੰਗ ਲੈ ਲਈਏ, ਉਹਦਾ ਮਤਲਬ ਹੈ ਹੋਸ਼, ਸਜਗ ਹੋਣਾ, ਹੋਸ਼ ਪੈਦਾ ਕਰਨਾ, ਅਵੇਅਰ ਹੋਣਾ, ਜਾਗਰੂਕ ਹੋਣਾ। ਹਾਂਜੀ। ਲੇਕਿਨ ਇਹ ਜਿਹੜੀ ਸਾਡੀ ਜਿਵੇਂ ਜਿਵੇਂ ਮਾਡਰਨ ਸਾਇੰਸ ਟੈਕਨੋਲੋਜੀ ਆਈ ਹੈਗੀ ਆ, ਇਹਦੇ ਵਿੱਚ ਵੈਸੇ ਤਾਂ ਮਨੁੱਖੀ ਆਦਤ ਸਭਿਅਤਾ ਵਿੱਚ ਚੱਲਿਆ ਆਉਂਦਾ ਹੈਗਾ ਕਿ ਬਚਪਨ ਤੋਂ ਹੀ ਉਸ ਨੂੰ ਕੰਡੀਸ਼ਨ ਕੀਤਾ ਜਾਂਦਾ, ਉਹਨੂੰ ਸੰਸਕਾਰ ਦਿੱਤੇ ਜਾਂਦੇ ਨੇ ਕਿ ਤੂੰ ਇਸ ਤਰ੍ਹਾਂ ਨਾਲ ਜੀਵਨ ਬਤੀਤ ਕਰਨਾ, ਤੂੰ ਆਹ ਕਰਨਾ ਆ। ਲੇਕਿਨ ਸਾਡੇ ਪਿਛਲੇ 200-250 ਸਾਲ ਦੇ ਵਿੱਚ ਜਿਹੜੀ ਸਾਡੀ ਮਾਡਰਨ ਕਲਚਰਲ ਕੰਡੀਸ਼ਨਿੰਗ ਹੈ ਜਾਂ ਮਾਡਰਨ ਕਲਚਰਲ ਮੋਲਡਿੰਗ ਹੈ, ਉਹਨੇ ਮਨੁੱਖ ਨੂੰ ਬਹੁਤ ਬੁਰੀ ਤਰ੍ਹਾਂ 2-3 ਚੀਜ਼ਾਂ ਦੇ ਦਿੱਤੀਆਂ ਜਿਨ੍ਹਾਂ ਤੋਂ ਮਨੁੱਖ ਇਸ ਵੇਲੇ ਬੁਰੀ ਤਰ੍ਹਾਂ ਪੀੜਿਤ ਹੈ। ਕਿਹੜੀਆਂ ਉਹ? ਇੱਕ ਹੈ ਬੋਰੋ ਡਿਜ਼ਾਇਰ, ਉਧਾਰੀ ਵਾਸਨਾ। ਦੂਸਰਾ ਹੈ ਹੰਕਾਰ ਪੂਰਤੀ। ਇਹ ਦੋਨੇ ਜਿਹੜੇ ਫਿਨੋਮਨਾਜ਼ ਨੇ ਇਹ ਮੈਟਰ ਤੱਕ ਸੀਮਿਤ ਨੇ। ਐਂਡ ਇਸ ਪ੍ਰਕਾਰ ਮਨੁੱਖ ਨੂੰ ਬੇਹੋਸ਼ ਕੀਤਾ ਜਾਂਦਾ ਬਚਪਨ ਤੋਂ ਹੀ ਕਿ ਵੀ ਤੂੰ ਆਹ ਬਣਨਾ ਸ਼ੁਰੂ ਹੋ ਗਿਆ ਨਾ, ਉੱਥੋਂ ਆਹ ਬਣਨਾ, ਆਹ ਬਣ ਕੇ ਤੂੰ ਆਹ ਕੁਛ ਬਣਾਉਣਾ। ਉਹ ਆਹ ਕੁਛ ਬਣਾਉਣ ਦਾ ਚੱਕਰ ਇੰਨਾ ਚੱਲਦਾ ਹੈਗਾ ਆ ਕਿ ਅਰਬਾਂ ਖਰਬਾਂ ਰੁਪਈਏ ਕਮਾ ਲਏ ਜਾਂਦੇ ਆ, ਪਰ ਇਹ ਕਿਤੇ ਬੋਰੋ ਡਿਜ਼ਾਇਰ ਦੀ ਚਾਹ 'ਚ ਬਦਲਦੀ ਨਹੀਂ ਗਈ। ਕਾਰਾਂ ਦੀਆਂ ਪਤਾ ਨਹੀਂ ਕਿੰਨੀਆਂ ਵਰਾਇਟੀਜ਼ ਆ, ਵਿਸਕੀਆਂ ਦੀਆਂ ਕਿੰਨੀਆਂ ਵਰਾਇਟੀਆਂ, ਲੱਖ 1.5 ਲੱਖ ਦੀ ਇੱਕ ਵਿਸਕੀ ਆ। ਕੋਈ ਬੰਦਾ ਕਹਿੰਦਾ ਪੀ ਕੇ ਮੈਨੂੰ ਆਨੰਦ ਆ ਗਿਆ, ਫਿਰ ਉੱਥੇ ਦਾ ਉੱਥੇ ਖੜਾ ਹੈਗਾ। ਸੋ ਇਹ ਜਿਹੜੀ ਚਾਹ ਹੈ ਇਹਨੂੰ ਆਪਾਂ ਉਦਾਰੀ ਵਾਸਨਾ ਕਹਿੰਦੇ ਹੈਗੇ ਆ ਭਾਰਤੀ ਦਰਸ਼ਨ ਮੁਤਾਬਕ। ਇਹ ਚਾਹ ਐਂਡ ਈਗੋ ਸੈਟਿਸਫੈਕਸ਼ਨ, ਹੰਕਾਰ ਦੀ ਪੂਰਤੀ, ਇਹ ਦੋ ਇੱਕ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚੋਂ ਦੁੱਖ ਨਿਕਲਦਾ, ਸੌਰੋਜ਼, ਮਿਸਟਰੀਜ਼ ਐਂਡ ਫਰਸਟ੍ਰੇਸ਼ਨ ਜਨਮ ਲੈਂਦੀਆਂ। ਬਟ ਕਿਉਂਕਿ ਅਨਫੋਰਚੂਨੇਟਲੀ ਮਨੁੱਖ ਬੇਹੋਸ਼ ਹੈ, ਉਹਨੂੰ ਬੇਹੋਸ਼ ਹੋਣ ਕਰਕੇ ਇਹਨਾਂ ਦੀ ਸਮਝ ਹੀ ਨਹੀਂ ਪੈਂਦੀ ਕਿ ਇਹਨੂੰ ਦੁੱਖ ਕਹਿੰਦੇ ਨੇ। ਮੇਰੇ ਜੀਵਨ ਵਿੱਚ ਆਹ ਦੁੱਖ ਹੈ, ਨਹੀਂ ਮਨੁੱਖ ਸਮਝਣ ਨੂੰ ਤਿਆਰ। ਮੈਂ ਤੁਹਾਡੇ ਨਾਲ ਪਿਛਲੀ ਵਾਰ ਵੀ ਗੱਲ ਕਰਦਾ ਸੀਗਾ ਕਿ ਮਨੁੱਖੀ ਜੀਵਨ ਦੇ ਆਹ 3-4 ਫੇਜ਼ ਨੇ। ਪਹਿਲਾ ਫੇਜ਼ ਹੈ ਹੰਕਾਰ ਐਂਡ ਚਾਹ ਦਾ, ਦੂਸਰਾ ਫੇਜ਼ ਹੈ ਦੁੱਖ ਦਾ। ਲੇਕਿਨ ਇਹ ਦੁੱਖ ਜੀਵਨ ਦੇ ਕਿਸੇ ਮੋੜ ਤੇ ਵੀ ਮਨੁੱਖ ਇਸ ਨੂੰ ਵਰਦਾਨ ਬਣਾਉਂਦਾ ਨਹੀਂਗਾ। ਕਿਸੇ ਵੀ ਮਨੁੱਖ ਦੀ ਇਸ ਪ੍ਰਕਾਰ ਦੀ ਸਾਈਕੋਲੋਜੀ ਬਣ ਜਾਂਦੀ ਹੈਗੀ ਆ ਕਿ ਸਾਰੇ ਦਾ ਸਾਰਾ ਜੀਵਨ ਮਨੁੱਖ ਕਦੇ ਆਪਣੇ ਆਪ ਨੂੰ ਬੇਵਸ ਮਹਿਸੂਸ ਕਰਦਾ ਨਹੀਂਗਾ। ਤੀਸਰਾ ਫੇਜ਼ ਹੈ ਮਨੁੱਖੀ ਜੀਵਨ ਦਾ ਬੇਵਸੀ, ਹੈਲਪਲੈਸਨੈਸ। ਕਿਉਂਕਿ ਦੁੱਖ ਦੇ ਜੋਲਟ ਮਿਲਣਗੇ। ਆ ਜੋ ਕੁਝ ਤੁਸੀਂ ਕਹਿੰਦੇ ਹੋ ਨਾ, ਜਿੰਨੀਆਂ ਬਿਮਾਰੀਆਂ ਨੇ, ਬੇਸਿਕਲੀ ਇਹ ਜੋਲਟ ਨੇ ਮਨੁੱਖ ਨੂੰ ਜਗਾਉਣ ਵਾਸਤੇ। ਜਾਗ ਪਈ ਝਟਕੇ ਆ ਕੁਦਰਤ ਝਟਕੇ ਦੇ ਰਹੀ ਕਿ ਤੂੰ ਜਾਗ ਕੇ ਕੀ ਕਰ, ਜਾਗ ਕੇ ਘੱਟੋ ਘੱਟ ਜਿਸ ਤੂੰ ਦੁੱਖ ਨੂੰ ਭੋਗ ਰਿਹਾ ਇਸ ਤੋਂ ਤਾਂ ਜਾਣੂ ਹੋ ਜਾ। ਅਗਰ ਤੂੰ ਇਸ ਦੁੱਖ ਤੋਂ ਜਾਣੂ ਹੋ ਜਾਵੇਂ ਤਾਂ ਤੈਨੂੰ ਆਪਣੀ ਬਿਮਾਰੀਆਂ ਤੋਂ ਵੀ ਜਾਣੂ ਹੋ ਜਾਵੇਗਾ। ਅਗਰ ਤੂੰ ਇਸ ਦੁੱਖ ਤੋਂ ਜਾਣੂ ਹੋ ਜਾਵੇਂ ਤਾਂ ਤੇਰੇ ਵਿੱਚ ਪਹਿਲੀ ਭਾਵਨਾ ਇਹ ਵੀ ਆ ਜਾਏਗੀ ਕਿ ਹੈ ਮੇਰੇ ਹੱਥ ਵਸ ਤਾਂ ਕੁਛ ਵੀ ਨਹੀਂ। ਇਤਨੀ ਹੈਲਪਲੈਸਨੈਸ ਜੀਵਨ ਦੇ ਜਿਸ ਮੋੜ ਦੇ ਉੱਪਰ ਜਦੋਂ ਥੋੜ੍ਹੀ ਜਿਹੀ ਵੀ ਹੋਸ਼ ਆ ਜਾਏਗਾ, ਮਨੁੱਖ ਸਜਗ ਹੋ ਜਾਏਗਾ, ਜਾਗ ਜਾਏਗਾ, ਉਸੇ ਵਕਤ ਹੀ ਉਹਨੂੰ ਇਹ ਦੁੱਖ ਦੀ ਜਿਹੜੀ ਹੈਗੀ ਆ ਫੀਲਿੰਗ ਉਹ ਹੋਰ ਮਜ਼ਬੂਤ ਹੋ ਜਾਏਗੀ। ਉਸੇ ਵਕਤ ਇਹ ਮਹਿਸੂਸ ਕਰੇਗਾ ਕਿ ਮੈਂ ਤਾਂ ਹੈਲਪਲੈਸ ਹਾਂ, ਬੇਵਸ ਹਾਂ। ਜਦ ਮਨੁੱਖ ਮਹਿਸੂਸ ਕਰੇਗਾ ਕਿ ਮੈਂ ਬੇਵਸ ਹਾਂ ਤਾਂ ਚੌਥਾ ਜਿਹੜਾ ਹੈਗਾ ਆਪਣਾ
ਆਪਣਾ ਸਮਰਪਣ ਦਾ, ਸਰੈਂਡਰਿੰਗ ਬਿਫੋਰ ਦਾ ਆਲਮਾਈਟੀ ਨਿਯਮ, ਉਹ ਸ਼ੁਰੂ ਹੋ ਜਾਏਗਾ। ਇੱਕ ਡਾਕਟਰ ਸਾਹਿਬ, ਸਾਡੇ ਅੱਜ ਕੱਲ੍ਹ ਮੈਡੀਟੇਸ਼ਨਲ ਵੈਲਿਊ, ਮੋਰਲ ਵੈਲਿਊਜ਼ ਲੋਕੀ ਕਰਦੇ ਤਾਂ ਹੈ, ਪਰ ਉਹ ਐਵੇਂ ਦਿਖਾਵੇ ਲਈ ਆ। ਅਤੇ ਬਾਹਰ ਲੋਕੀ ਧੜਾ ਧੜ ਜਾਣਾ ਚਾਹੁੰਦੇ, ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਸਾਰਾ ਕੁਝ ਵੇਚ ਵਟ ਕੇ। ਜਦ ਕਿ ਅਸੀਂ ਦੇਖਿਆ ਹੈਗਾ ਇਹ ਫਾਲਸ ਦੁਨੀਆ ਲੱਗਦੀ। ਇੱਕ ਬੈਲੈਂਸ ਲਾਈਫ ਸਟਾਈਲ ਕਿਵੇਂ ਹੋਵੇ? ਤੁਹਾਡਾ ਨਿੱਜੀ ਤੌਰ 'ਤੇ ਥੋੜ੍ਹੇ ਜਿਹੇ ਸਾਡੇ ਦਰਸ਼ਕਾਂ ਨੂੰ ਦੱਸੋ, ਕਿਵੇਂ ਮੈਡੀਟੇਸ਼ਨ ਕਰਨ, ਕੀ ਲਾਈਫ ਸਟਾਈਲ ਹੋਵੇ? ਗੱਲ ਇੱਦਾਂ ਕਿ ਇੱਕ ਤਾਂ ਆਹ ਜਿਹੜਾ ਆਪਾਂ ਲਫ਼ਜ਼ ਵਰਤੇ ਨੇ 4, ਇਹਦੇ ਵਿੱਚ ਇੱਕ ਫੇਜ਼ ਹੈ ਕਿ ਜੀਵਨ ਦੇ ਕਿਸੇ ਮੋੜ 'ਤੇ ਮਨੁੱਖ ਬੇਵੱਸ ਹੁੰਦਾ ਕਿ ਨਹੀਂ ਹੁੰਦਾ। ਕਦੇ ਉਹਨੂੰ ਇਹ ਮਹਿਸੂਸ ਹੁੰਦਾ ਕਿ ਨਹੀਂ ਹੁੰਦਾ ਕਿ ਮੈਂ ਤਾਂ ਕੁਛ ਵੀ ਨਹੀਂ, ਮੈਨੂੰ ਤਾਂ ਚਲਾਉਣ ਵਾਲੀ ਕੋਈ ਸ਼ਕਤੀ, ਕੋਈ ਆਲਮਾਈਟੀ ਇਟਰਨਲ ਫੋਰਸ ਹੈ। ਬਿਲਕੁਲ ਠੀਕ ਹੈ। ਉਹਦਾ ਮੈਨੂੰ ਲੈ ਕੇ ਇੱਥੇ ਇਸ ਧਰਤੀ ਦੇ ਉੱਪਰ ਬਚਪਨ ਤੋਂ ਹੀ ਕੰਡੀਸ਼ਨ ਕਰਕੇ ਬੇਹੋਸ਼ ਕਰ ਦਿੰਦੀ ਹੈਗੀ ਆ, ਬੇਹੋਸ਼ ਕਰਕੇ ਮੈਨੂੰ ਇਸ ਸੰਸਾਰ 'ਚ ਉਲਝਾ ਦਿੰਦੀ ਹੈਗੀ ਆ। ਤੇ ਮੈਂ ਇਸ ਉਲਝੇ ਹੋਏ ਤਾਣੇ ਬਾਣੇ ਨੂੰ ਹੀ, ਇਸ ਘੋਲ ਨੂੰ ਹੀ, ਸੰਘਰਸ਼ ਨੂੰ ਹੀ ਸਮਝ ਲੈਂਦਾ ਕਿ ਇਹੀ ਜੀਵਨ ਆ। ਨਹੀਂ, ਇਹ ਜੀਵਨ ਬਿਲਕੁਲ ਨਹੀਂ। ਜਿਸ ਨੂੰ ਅਸੀਂ, ਤੁਸੀਂ ਪਿਛਲੀ ਵਾਰ ਕਿਹਾ ਤਾਂ ਫੇਰ ਦਾ ਡਾਕਟਰ ਸਾਹਿਬ ਹਰ ਵਿਅਕਤੀ ਸੰਤ ਬਣ ਜਾਏਗਾ। ਉਹ ਮੈਂ ਸੰਤ ਜੀ ਕੀ, ਸੰਤ ਵਾਲੇ ਪਾਸੇ ਨੂੰ ਬਣ ਜਾ ਮੁੜਾ ਕੱਟੇ ਮਨੁੱਖ। ਇਹ ਜਿਹੜਾ ਤੁਹਾਡੀ ਬੇਹੋਸ਼, ਮਨੁੱਖ ਦੀ ਬੇਹੋਸ਼ੀ ਦੇ ਵਿੱਚੋਂ ਮਨੁੱਖ ਨੂੰ ਇੰਨੀ ਬੁਰੀ ਤਰ੍ਹਾਂ ਉਲਝਾ ਦਿੱਤਾ ਗਿਆ ਇਸ ਜੀਵਨ ਦੇ ਵਿੱਚ, ਉਹ ਬੁਨਿਆਦ ਹੈ ਆ ਸਾਰੀਆਂ ਬਿਮਾਰੀਆਂ ਦੀ ਜਿਹੜੀਆਂ ਤੁਸੀਂ ਪਹਿਲਾਂ ਲਈਆਂ। ਆਪਾਂ ਹੁਣ ਗੱਲਬਾਤ ਕਰੀਏ ਕਿ ਇਹਦਾ ਇਲਾਜ ਕਿੱਦਾਂ ਕਰਨਾ। ਉਹਦਾ ਇਲਾਜ ਹੈ ਅਥੈਂਟਿਕ ਰਿਲੀਜਨ, ਵਾਸਤਵਿਕ ਧਰਮ ਦਾ ਰਸਤਾ। ਵਾਸਤਵਿਕ ਧਰਮ ਦਾ ਰਸਤਾ ਕਿਆ ਹੈ? ਸਭ ਤੋਂ ਪਹਿਲਾਂ ਹੈ ਕਿ ਸਾਨੂੰ ਸਮਝ ਆਵੇ ਕਿ ਹੋਸ਼ ਕਿਹਨੂੰ ਕਹਿੰਦੇ ਨੇ। ਮੈਂ ਥੋੜੀ ਜਿਹੀ ਕਹਾਣੀ ਸੁਣਾ ਦੇਵਾਂ। ਸੁਣਾ ਦਿਓ। ਰਾਜਾ ਵਿਕਰਮਾਦਿੱਤਿਆ ਸਾਡੇ ਦੇਸ਼ ਦਾ ਬਹੁਤ ਪਾਵਰਫੁਲ ਰਾਜਾ ਹੋਇਆ, ਜਿਹਦੇ ਉੱਪਰ ਸਾਡੇ ਵਿਕਰਮੀ ਸੰਬੰਧ ਵੀ ਹੈ। ਐਂਡ ਸਾਡਾ ਬਹੁਤ ਸਾਰਾ ਕਲਚਰ ਰਾਜਾ ਵਿਕਰਮਾਦਿੱਤਿਆ ਉੱਪਰ ਖੜਾ ਆ। ਬੜਾ ਵੀਰ ਵਿਅਕਤੀ ਸੀ, ਸਾਹਸ ਵਿਅਕਤੀ ਸੀ, ਬਹੁਤ ਵਿਜ਼ਨ ਸੀ, ਬਹੁਤ ਸਿਆਣਪ ਸੀ, ਐਂਡ ਹਾਈਲੀ ਪਪੂਲਰ ਕਿੰਗ ਸੀ। ਉਹ ਰੋਜ਼ਾਨਾ ਆਪਣੇ ਦਰਬਾਰ ਦੇ ਵਿੱਚ ਸਵੇਰੇ ਦਰਬਾਰ ਲਗਾਉਂਦਾ ਹੁੰਦਾ ਸੀਗਾ, ਤੇ ਜਿਹੜੇ ਲੋਕੀ ਪਸੰਦ ਕਰਦੇ ਸੀਗੇ ਤਾਂ ਉਹ ਲੈ ਕੇ ਉਹਨਾਂ ਨੂੰ ਕੁਝ ਗਿਫਟ ਦਿੰਦੇ ਹੁੰਦੇ ਸੀਗੇ। ਹਾਂਜੀ। ਤਾਂ ਰੋਜ਼ ਇੱਕ ਫਕੀਰ ਆਇਆ ਕਰੇ ਤਾਂ ਰਾਜਾ ਵਿਕਰਮਾਦਿੱਤਿਆ ਨੂੰ ਇੱਕ ਜੰਗਲੀ ਫਲ ਦੇ ਦਿਆ ਕਰੇ। ਐਂਡ ਵਿਕਰਮਾਦਿੱਤਿਆ ਆਪਣੇ ਵਜ਼ੀਰ ਨੂੰ ਦੇ ਦਿੰਦਾ ਸੀਗਾ, ਵਜ਼ੀਰ ਉਹਨੂੰ ਚੁੱਕ ਕੇ ਕਿਸੇ ਹੋਰ ਕਮਰੇ ਦੇ ਵਿੱਚ ਸਿੱਟ ਦਿੰਦਾ ਸੀਗਾ। 10 ਸਾਲ ਬੀਤ ਗਏ ਉਸ ਫਕੀਰ ਨੂੰ ਆਉਂਦੇ ਹੋਏ। ਇੱਕ ਦਿਨ ਜਦੋਂ ਫਕੀਰ ਨੇ ਉਹ ਫਲ ਰਾਜੇ ਨੂੰ ਦਿੱਤਾ ਤਾਂ ਵਿਕਰਮਾਦਿੱਤਿਆ ਦੇ ਨਾਲ ਹੀ ਉਹਦਾ ਇੱਕ ਪਾਲਤੂ ਬਾਂਦਰ ਸੀ, ਉਹਨੇ ਉਹ ਫਲ ਉਸ ਬਾਂਦਰ ਨੂੰ ਦੇ ਦਿੱਤਾ। ਮੂਵਮੈਂਟ ਬਾਂਦਰ ਨੇ ਉਹ ਫਲ ਮੂੰਹ 'ਚ ਪਾਇਆ, ਚੱਕ ਮਾਰਿਆ, ਤੇ ਵਿਕਰਮਾਦਿੱਤਿਆ ਨੇ ਝਾਤੀ ਮਾਰੀ ਤਾਂ ਦੇਖਦਾ ਕਿ ਉਹ ਬਾਂਦਰ ਦੇ ਮੂੰਹ ਦੇ ਵਿੱਚ ਤੇ ਇਤਨੀ ਜ਼ਬਰਦਸਤ ਰੌਸ਼ਨੀ, ਜਿਵੇਂ ਕੋਈ ਹੀਰਾ ਚਮਕ ਰਿਹਾ ਹੋਵੇ। ਉਹ ਹੈਰਾਨ ਹੁੰਦਾ, ਉਹਨੂੰ ਆਪਣੇ ਵਜ਼ੀਰ ਨੂੰ ਕਹਿੰਦਾ ਵੀ ਬਾਕੀ ਦੇ ਫਲ। ਉਹ ਕਹਿੰਦੇ ਜੀ ਮੈਂ ਤਾਂ ਕਮਰੇ ਵਿੱਚ ਸਿੱਟਦਾ ਰਿਹਾ, ਕਹਿੰਦਾ ਖੋਲੋ ਕਮਰਾ। ਦੇਖਿਆ ਤਾਂ ਹੀਰਿਆਂ ਨਾਲ ਭਰਿਆ ਪਿਆ, ਬਦਬੂ ਆਵੇ ਉਸ ਫਲ ਦੀ, ਲੇਕਿਨ ਇਤਨੇ ਜ਼ਬਰਦਸਤ ਉਹਨਾਂ ਹੀਰਿਆਂ ਦੀ ਰੌਸ਼ਨੀ ਕਿ ਜਗਮਗਾ ਉੱਠਿਆ ਉਹ ਕਮਰਾ। ਉਹਨੇ ਕਿਹਾ ਵੀ ਇਹ ਫਕੀਰ ਕੋਈ ਸਧਾਰਨ ਵਿਅਕਤੀ ਨਹੀਂ, ਬੁਲਾਓ ਉਸਨੂੰ। ਫਕੀਰ ਨੂੰ ਬੁਲਾਇਆ। ਉਹ ਕਹਿੰਦਾ ਵੀ ਤੂੰ ਸਾਨੂੰ, ਵਿਕਰਮਾਦਿੱਤਿਆ ਕਹਿੰਦਾ ਫਕੀਰ ਨੂੰ, ਤੂੰ ਸਾਨੂੰ ਦੱਸਿਆ ਕਿਉਂ ਨਹੀਂ? ਉਹ ਕਹਿੰਦਾ ਕਿਉਂਕਿ ਤੁਸੀਂ ਬੇਹੋਸ਼ ਸੀਗੇ। ਉਸ ਬੇਹੋਸ਼ੀ ਦੇ ਵਿੱਚ ਤੁਹਾਨੂੰ ਇਸ ਫਲ ਦੀ ਸਮਝ ਨਹੀਂ ਸੀ ਪੈ ਸਕਦੀ। ਉਹ ਕਹਿੰਦਾ ਯਾਰ 10 ਸਾਲ ਤੂੰ 10 ਸਾਲਾਂ ਤੋਂ ਤੂੰ ਸਾਨੂੰ ਫਲ ਦੇ ਰਿਹਾ। ਉਹ ਕਹਿੰਦਾ ਤੁਸੀਂ ਤਾਂ ਮਹਾਰਾਜ 10 ਸਾਲਾਂ ਦੀ ਗੱਲ ਕਰਦੇ ਹੋ, ਆਹ ਜਿਹੜੇ ਸਾਡੇ ਦਰਬਾਰ 'ਚ ਲੋਕ ਬੈਠੇ ਨੇ ਇਹਨਾਂ ਨੂੰ 10 ਜਨਮ ਹੋ ਗਏ ਆ। ਹਰ ਵਿਅਕਤੀ ਦਾ ਜੋ ਸਰੀਰ ਹੈ ਇਹ ਫਲ ਰੂਪੀ ਸਰੀਰ ਹੈ। ਹਰ ਵਿਅਕਤੀ ਦੇ ਸਰੀਰ ਦੇ ਵਿੱਚ ਇਹ ਹੀਰਾ ਪਿਆ ਜਿਹਦੀ ਇਤਨੀ ਜ਼ਬਰਦਸਤ ਰੌਸ਼ਨੀ ਹੈ। ਤੁਸੀਂ 10 ਸਾਲਾਂ ਦੇ ਵਿੱਚ ਗੱਲਬਾਤ ਕਰਦੇ ਹੋ, ਇੱਥੇ 10 ਦਾ ਜਨਮ ਵੀ ਜਾਂਦੇ ਹੈਗੇ, ਹੋਸ਼ ਫਿਰ ਨਹੀਂ ਆਉਂਦੀ। ਇਸ ਲਈ ਇਸ ਹੀਰੇ ਦੀ ਸਮਝ ਨਹੀਂ ਆਉਂਦੀ। ਜਿੱਥੇ ਬੈਠਾ ਮੈਂ ਇਸ ਵੇਲੇ ਬੋਲ ਰਿਹਾ ਫਾਦਰ ਸਾਹਿਬ। ਹਾਂਜੀ ਹਾਂ, ਮੈਂ ਇਹੀ ਸਵਾਲ ਪੁੱਛਣ ਵਾਲਾ ਸੀ। ਪਿੱਛੇ ਇੱਕ ਤੁਹਾਡਾ ਮੇਰੀ ਬੈਕ ਤੇ ਇੱਕ ਹੈਗਾ,
ਇਹ ਵੀ ਐਕਸਪਲੇਨ ਕਰ ਦਿਓ। ਆਪਾਂ ਕਲੋਜ਼ ਅਪ ਇਹਦਾ ਅਲੱਗ ਮੈਂ ਤੁਹਾਨੂੰ ਦਿਖਾ ਦਿਆਂਗਾ, ਤੁਸੀਂ ਇਸ ਤਰ੍ਹਾਂ ਹੀ ਦੱਸ ਇੱਥੇ ਐਕਸਪਲੇਨ ਕਰ ਦਿੰਦਾ। ਹਾਂਜੀ ਹਾਂਜੀ, ਕੋਈ ਗੱਲ ਨਹੀਂ। ਤੁਸੀਂ ਨੋਟ ਕਰੋ ਕਿ ਇਹ ਜਿਸ ਅੰਡੇ ਦੀ ਸ਼ਕਲ ਦਾ ਇਹ ਚਿੱਤਰ ਹੈ, ਹਾਂਜੀ ਹਾਂਜੀ, ਇਹਦੇ ਮੈਂ 7 ਕਲਰਸ ਪੇਸ਼ ਕੀਤੇ ਨੇ। 7 ਕਲਰ ਦੇ, ਹਾਂਜੀ ਹਾਂਜੀ। ਜਿਹੜਾ ਆਊਟਰ ਮੋਸਟ ਕਲਰ ਹੈ ਉਹ ਹੈ ਰੈਡ, ਉਹ ਰੈਡ ਆ, ਹਾਂਜੀ। ਉਸ ਤੋਂ ਅਗਲਾ ਜੋ ਕਲਰ ਹੈ ਉਹ ਹੈ ਕੇਸਰੀ, ਕੇਸਰੀ, ਹਾਂਜੀ। ਉਸ ਤੋਂ ਅੰਦਰ ਹੈ ਯੈਲੋ ਹੈ, ਹਾਂਜੀ। ਫਿਰ ਗ੍ਰੀਨ ਹੈ, ਫਿਰ ਗ੍ਰੀਨ ਆ, ਫਿਰ ਆ ਜਾਂਦਾ ਆਪਣਾ ਇੰਡੀਗੋ, ਇੰਡੀਗੋ, ਹਾਂਜੀ। ਨਹੀਂ ਫਿਰ ਬਲੂ, ਫਿਰ ਬਲੂ ਆ, ਬਲੂ ਆਉਂਦਾ। ਬਲੂ ਤੋਂ ਬਾਅਦ ਆ ਜਾਂਦਾ ਇੰਡੀਗੋ, ਤੇ ਫਿਰ ਆਉਂਦਾ ਵਾਇਲਟ, ਪਿੰਕ ਕਲਰ, ਫਿਰ ਵਾਇਲਟ, ਹਾਂਜੀ। ਐਂਡ ਅੰਦਰ ਜਾ ਕੇ ਹਾਂ, ਇੱਕ ਬ੍ਰਾਈਟ ਸ਼ਾਰਪ ਲਾਈਟ ਦਾ ਸ਼ਿਵਲਿੰਗ ਦੀ ਤਰ੍ਹਾਂ ਇੱਕ ਚਮਕਦਾ ਹੋਇਆ, ਚਮਕਦੀ ਚੀਜ਼ ਆ, ਚਮਕਦੀ ਚੀਜ਼ ਹੈਗੀ ਆ। ਇਹ ਜੋ ਚਿੱਤਰ ਹੈ ਇਹ ਮਨੁੱਖ ਦੀ ਫੋਟੋ ਆ। ਉਹ ਅੱਛਾ, ਇਹ ਸਿੰਬੋਲਾਈਜ਼ ਕਰਦਾ ਮਨੁੱਖ ਨੂੰ। ਇਹ ਅਸਲੀ ਮਨੁੱਖ ਦੀ ਫੋਟੋ ਆ। ਆਲੇ ਦੁਆਲੇ ਮਨੁੱਖ ਦੇ ਇੰਨੀਆਂ ਪਰਤਾਂ ਹੈਗੀਆਂ ਲੱਗੀਆਂ, ਜਿਹੜੀਆਂ ਉਹ ਆ 7 ਪਰਤਾਂ ਨੇ, ਇਹ 7 ਲੇਅਰਸ ਆਫ ਦਿਸ ਬੋਡੀ ਨੇ। ਅੱਛਾ ਅੱਛਾ, ਇਹਨਾਂ ਨੂੰ ਅਸੀਂ 7 ਆਰਬਿਟਸ ਵੀ ਕਹਿੰਦੇ ਆ, 7 ਚੱਕਰਾਸ ਵੀ ਕਹਿੰਦੇ ਆ। ਇਹਦੀ ਜਦੋਂ ਅਸੀਂ ਗਹਿਰਾਈ ਵਿੱਚ ਹੋਰ ਜਾਵਾਂਗੇ ਤਾਂ ਇਟਸ ਕਿਆ ਬਾਤ ਹੈ ਨਾ, ਗਹਿਰਾ ਇਹ ਵਿਗਿਆਨ ਆ। ਐਂਡ ਉਸ ਵਿਗਿਆਨ ਦੇ ਵਿੱਚ ਹਰ ਪਰਤ ਦਾ ਕੌਣ ਮਾਲਕ ਆ, ਕੌਣ ਗੁਰੂ ਆ, ਕੌਣ ਸੰਚਾਲਕ ਆ, ਉਹਦਾ ਕੀ ਕਰੈਕਟਰ ਆ, ਡਿਟੇਲ ਵਿੱਚ ਆਪਾਂ ਫਿਰ ਕਰਾਂਗੇ। ਥੋੜੀ ਜਿਹਾ ਬਰੀਫ 'ਚ ਦੱਸ ਦਿਓ। ਹਾਂਜੀ, ਬਰੀਫ ਵਿੱਚ ਇਹੀ ਹੈਗਾ ਕਿ ਇਹ ਜਿਹੜੇ 7 ਕਲਰਸ ਨੇ ਇਸ ਚਿੱਤਰ ਦੇ ਵਿੱਚ, ਇਹ 7 ਲੇਅਰਸ ਨੇ ਇਸ ਸਰੀਰ ਦੀਆਂ। ਸਾਰੀ ਉਮਰ ਇਨਸਾਨ ਇਹਨਾਂ ਚੱਕਰਾਂ 'ਚ ਘੁੰਮਦਾ ਰਹਿੰਦਾ ਜੀ। ਇਹ ਪ੍ਰਕਿਰਤੀ ਦੇ ਜਿਹੜੇ ਲੇਅਰਸ ਨੇ, ਇਹ ਪ੍ਰਕਿਰਤੀ ਦੇ ਐਲੀਮੈਂਟਸ ਦੀਆਂ ਲੇਅਰਸ ਨੇ। ਐਂਡ ਪ੍ਰਕਿਰਤੀ ਦੇ ਐਲੀਮੈਂਟਸ ਨੇ ਇਨਕੈਪਸੂਲੇਟ ਕੀਤਾ ਹੋਇਆ ਉਸ ਤਾਓ ਨੂੰ, ਉਸ ਚੇਤਨਾ ਨੂੰ, ਉਸ ਬ੍ਰਹਮ ਨੂੰ, ਉਸ ਪਰਮ ਨਿਯਮ ਨੂੰ, ਸੈਂਟਰ ਦੇ ਵਿੱਚ ਜੋ ਬ੍ਰਾਈਟ ਸ਼ਾਰਪ ਲਾਈਟ ਹੈ। ਮਨੁੱਖੀ ਸਰੀਰ ਉਹ ਫਕੀਰ ਦੇ ਫਰੂਟ ਦੀ ਤਰ੍ਹਾਂ ਇਹ ਮਨੁੱਖੀ ਸਰੀਰ ਹੈ, ਔਰ ਇਹ ਸ਼ਾਰਪ ਲਾਈਟ ਹੈ ਉਹ ਉਹੀ ਹੀਰਾ ਹੈ ਜਿਹਦਾ ਉਹ ਫਕੀਰ ਜ਼ਿਕਰ ਕਰ ਰਿਹਾ ਕਿ ਕੱਲਾ ਤੇਰੇ ਇਹ ਫਰੂਟ ਦੇ ਵਿੱਚ ਹੀ ਨਹੀਂ, ਇਹ ਤੇਰਾ ਜਿਹੜਾ ਸਰੀਰ ਹੈ ਇਹਦੇ ਵਿੱਚ ਵੀ ਇਹੀ ਹੀਰਾ ਹੈ। ਵਾਸਤਵਿਕ ਧਰਮ ਜਾਂ ਅਥੈਂਟਿਕ ਰਿਲੀਜਨ ਦਾ ਜੋ ਰਸਤਾ ਹੈ, ਜਾਂ ਕਹਿ ਲਈਏ ਜੋ ਪਰਪਸ ਹੈ ਇਸ ਜੀਵਨ ਦਾ, ਉਹ ਜੋ ਆਪਾਂ ਸੈਂਟਰ 'ਚ ਹੀਰਾ ਲਿਆ, ਉਹਦੀ ਤਲਾਸ਼, ਉਹਦੀ ਰੀਅਲਾਈਜੇਸ਼ਨ। ਵਿਕਰਮਾਦਿੱਤਿਆ ਨੂੰ ਤਾਂ ਬਾਂਦਰ ਦੇ ਮੂੰਹ 'ਚ ਦਿਸ ਪਿਆ ਸੀਗਾ ਉਹ, ਲੇਕਿਨ ਫਰੂਟ ਤਾਂ ਹੈ ਨਾ। ਸੋ ਇਹ ਰਾਜਾ ਭਰਤਰੀ ਉਹਦਾ ਵੱਡਾ ਭਾਈ ਸੀ, ਵਿਕਰਮਾਦਿੱਤਿਆ ਦਾ। ਹਾਂਜੀ ਹਾਂਜੀ, ਉਹ ਵੀ ਭਰਤਰੀ ਸਾਹਿਬ ਵੀ ਬੜੇ ਕਿਆ ਬਾਤ ਹੈ, ਕਿਆ ਬਾਤ ਹੈ। ਨਾਮ ਹਰੀ ਦਾ ਬੋਲ ਭਰਤਰੀ, ਨਾਮ ਹਰੀ ਦਾ ਬੋਲ। ਉਹ ਗਾਣੇ ਗਲੀਆਂ 'ਚ ਇਹ ਗਾਉਂਦਾ ਫਿਰਦਾ ਹੁੰਦਾ ਸੀਗਾ। ਉਹ ਤੇਰੀ ਝੋਲੀ ਦੇ ਵਿੱਚ ਉਹ ਹੀਰਾ ਆ ਜਿਹੜੀ ਤੂੰ ਬਾਹਰ ਤਲਾਸ਼ ਕਰ ਰਿਹਾ, ਉਹ ਤੇਰੇ ਪਾਸ ਹੈ। ਥੋੜੀ ਜਿਹੀ ਆਪਾਂ ਮੈਡੀਟੇਸ਼ਨ ਦੀ ਗੱਲਬਾਤ ਕਰ ਲਈ ਆ। ਆ ਜਿਹੜੇ 7 ਲੇਅਰਸ ਆਪਾਂ ਗਿਣੇ ਨੇ ਹੁਣੇ, ਹਾਂਜੀ, ਇਹ 7 ਲੇਅਰਸ ਦੇ ਵਿੱਚ ਹੀ ਜਦੋਂ ਕੋਈ ਸਾਡੀ ਊਰਜਾ ਗੁਜ਼ਰਦੀ ਆ ਤਾਂ ਉਹਦੀ ਇੱਕ ਦਵਨੀ ਵਾਈਬ੍ਰੇਟ ਕਰਦੀ ਆ, ਉਹਦੀ ਸਾਊਂਡ ਵਾਈਬ੍ਰੇਟ ਕਰਦੀ ਆ। ਅੱਛਾ, ਇਹਨਾਂ 7 ਲੇਅਰਸ ਵਿੱਚ ਊਰਜਾ ਫਿਰ ਸਾਊਂਡ ਵਾਈਬ੍ਰੇਟ ਕਰੇ। ਆੜੀ ਕੌਨਸ਼ੀਅਸਨੈਸ ਹੈ, ਇਹੀ ਊਰਜਾ ਨਾ। ਓ ਯੈਸ, ਇਹ ਸੈਂਟਰ ਤੋਂ ਕੌਨਸ਼ੀਅਸਨੈਸ ਉੱਠ ਕੇ ਇਹਨਾਂ 7 ਲੇਅਰਸ ਨੂੰ ਕ੍ਰਾਸ ਕਰਕੇ ਬਾਹਰੀ ਯੂਨੀਵਰਸਲ ਐਗਜ਼ਿਸਟੈਂਸ ਵਿੱਚ ਸਮਾ ਜਾਂਦੀ ਆ। ਐਂਡ ਯੂਨੀਵਰਸਲ ਐਗਜ਼ਿਸਟੈਂਸ ਉਹੀ ਊਰਜਾ ਉੱਠ ਕੇ 7 ਲੇਅਰਸ ਨੂੰ ਪੀਸ ਕਰਕੇ ਅੰਦਰ ਉੱਥੇ ਜਾ ਪਹੁੰਚਦੀ ਹੈਗੀ ਆ। ਇਹ ਊਰਜਾ ਜਦੋਂ ਇਹਨਾਂ 7 ਲੇਅਰਸ ਵਿੱਚ ਹੀ ਗੁਜ਼ਰਦੀ ਆ ਤਾਂ ਉਹਦੀ ਇੱਕ ਦਵਨੀ ਆ। ਉਸ ਦਵਨੀ ਦੇ ਉੱਪਰ ਸਾਡੀ ਖੜੀ ਸੰਸਕ੍ਰਿਤ ਲੈਂਗੁਏਜ, ਉਸ ਦਵਨੀ ਦੇ ਉੱਪਰ ਖੜਾ ਸਾਡਾ ਸਾਰਾ ਸਾਮਵੇਦ, ਸਾਰੇ ਗਮਾ ਪਾਦਾ ਨੀਸਾ ਜੋ ਹੈਗਾ ਸਾਰਾ ਦਾ ਸਾਰਾ ਮਿਊਜ਼ਿਕ, ਉਸ 7 ਲੇਅਰਸ ਦੀ ਦਵਨੀ ਦੇ ਉੱਪਰ ਖੜਾ। ਐਂਡ ਇਸ ਦਵਨੀ ਨੂੰ ਕਿਵੇਂ ਅਸੀਂ ਇੱਕ ਮੈਡੀਟੇਸ਼ਨ ਦੇ ਰੂਪ ਦੇ ਸਕਦੇ ਹਾਂ, ਉਹਦੇ ਵਾਸਤੇ ਭਾਰਤੀ ਦਰਸ਼ਨ ਸਾਨੂੰ ਇੱਕ ਮੰਤਰ ਦਿੱਤਾ ਜਿਹਨੂੰ ਅਸੀਂ ਅੱਜ ਤੱਕ ਯਾਦ ਕਰਦੇ ਆ ਰਹੇ ਹਾਂ, ਗਾਇਤਰੀ ਮੰਤਰ।
ਹੁਣ ਭਾਰਤ ਸਾਹਿਬ ਮੈਂ ਇੱਥੇ ਬਹੁਤ ਹੀ ਇੰਪੋਰਟੈਂਟ ਗੱਲ ਕਹਿਣ ਚੱਲਿਆ ਜੀ ਜੀ। ਜਿਹੜਾ ਅੱਜ ਕੱਲ੍ਹ ਭਾਰਤੀ ਦਰਸ਼ਨ ਦੇ ਵਿੱਚ ਜਾਂ ਭਾਰਤੀ ਹਿੰਦੂ ਰਿਚੁਅਲ ਜਮਾਤ ਜੋ ਗਾਇਤਰੀ ਮੰਤਰ ਦਾ ਉਚਾਰਨ ਕਰ ਰਹੀ ਆ, ਇਹ ਉਹਦੀ ਬਹੁਤ ਸ਼ਾਰਟ ਫਾਰਮੇਸ਼ਨ ਆ। ਅੱਛਾ ਇਹ ਅੱਛਾ। ਤੋਤਾ ਰੱਟ ਵਾਲੀ ਉਹਨਾਂ ਨੇ ਇਹਨੂੰ ਬਣਾ ਕੇ ਰੱਖ ਦਿੱਤਾ। ਜਿਹੜਾ ਓਮ ਜੋ ਵੀ ਆਮ ਜਿਹੜਾ ਪ੍ਰਚਲਿਤ ਹੈਗਾ ਨਾ, ਪ੍ਰਚਲਿਤ ਹੈ, ਹਾਂਜੀ ਹਾਂਜੀ, ਉਹ ਇੱਕ ਤੋਤਾ ਰੱਟ ਦੀ ਤਰ੍ਹਾਂ ਹੋ ਗਿਆ। ਹਾਂਜੀ ਹਾਂਜੀ। ਅੱਛਾ। ਜਦੋਂ ਕਿ ਗਾਇਤਰੀ ਇਜ਼ ਅ ਫੈਮਿਨਾਈਨ ਫਾਰਮ ਆਫ ਸਨ। ਉਹ ਅੱਛਾ, ਗਾਇਤਰੀ ਇਟ ਇਜ਼ ਫੈਮਿਨਨ ਫਾਰਮ ਆਫ ਸੂਰਿਆ। ਉਹ ਅੱਛਾ ਅੱਛਾ। ਤੋ ਜਿਹੜੀ ਆਪਾਂ ਸਭ ਤੋਂ ਬਾਹਰ ਪਰਤ ਹੈ ਨਾ ਰੈੱਡ ਕਲਰ ਦੀ, ਇਹ ਧਰਤੀ ਦੀ ਪਰਤ ਹੈ, ਪ੍ਰਿਥਵੀ ਦੀ ਪਰਤ ਹੈ। ਸੋ ਇਹਦੀ ਜਿਹੜੀ ਵਾਈਬ੍ਰੇਸ਼ਨ ਹੈ ਸਾਊਂਡ ਦੀ, ਉਹ ਹੈ ਭੂ। ਜਿਹੜੀ ਦੂਸਰੀ ਪਰਤ ਹੈ ਜਿੱਥੇ ਕਿ ਆਪਾਂ ਔਰੇਂਜ ਕਲਰ ਹੈ, ਉਹਦੀ ਵਾਈਬ੍ਰੇਸ਼ਨ ਸਾਊਂਡ ਹੈ ਭੂਆ। ਜਿਹੜੀ ਤੀਸਰੀ ਹੈ ਉਹਦੀ ਹੈ ਸਵਾਹਾ। ਚੌਥੀ ਦੀ ਮਾਹਾ। ਪੰਜਵੀਂ ਦੀ ਜਨਾਹਾ। ਅਗਲੀ ਤਪਾਹਾ। ਉਸ ਤੋਂ ਅਗਲੀ ਸੱਤਵੀਂ ਸਤਿਅਮ। ਸਤਿਅਮ ਤੋਂ ਬਾਅਦ ਜਦੋਂ ਹੋ ਕੌਨਸ਼ੀਅਸਨੈਸ ਦੀ ਡੈਫੀਨੇਸ਼ਨ ਡਿਫਾਈਨ ਕੀਤਾ ਜਾਂਦਾ, ਓਮ ਤਤ ਸਵਿਤੁਰਵਰੇण्यम ਭਰਗੋ ਦੇਵਸਯ ਧੀਮਹਿ ਧੀਓ ਜੋ ਨ ਪ੍ਰਚੋਦਯਾਤ। ਉਹ ਜੋ ਉਸ ਆਲਮਾਈਟੀ ਕੌਨਸ਼ੀਅਸਨੈਸ ਦੀ ਡੈਫੀਨੇਸ਼ਨ ਇਹਨਾਂ 7 ਦਵਨੀ ਤੋਂ ਬਾਅਦ ਇਹ ਪੇਸ਼ ਕੀਤੀ ਗਈ ਹੈਗੀ ਆ। ਸਿੱਖਿਜ਼ਮ ਦੇ ਵਿੱਚ ਨਾਨਕ ਜੀ ਦਾ, ਗੁਰੂ ਨਾਨਕ ਦੇਵ ਜਿਹੜਾ ਮੂਲ ਮੰਤਰ ਹੈ, ਖੱਬੇ ਪਾਸੇ ਤੁਸੀਂ ਮੂਲ ਮੰਤਰ ਦੀ ਵੀ ਐਕਸਪਲੇਨੇਸ਼ਨ ਦਿੱਤੀ ਹੈ, ਇਹ ਵੀ ਐਕਸਪਲੇਨ ਕਰ ਦਿਓ ਸਾਡੇ ਤੋਂ। ਉਹ ਜੋ ਸੈਂਟਰ ਦੇ ਵਿੱਚ ਵਾਈਟ ਸ਼ਾਰਪ ਲਾਈਟ ਹੈ, ਹਾਂਜੀ ਹਾਂਜੀ, ਬਰਾਈਟ, ਜਿਹਨੂੰ ਅਸੀਂ ਸ਼ਿਵਲਿੰਗ ਵੀ ਕਹਿ ਦਿੰਦੇ ਹੈਗੇ, ਹਾਂਜੀ ਹਾਂਜੀ, ਜਿਹਦਾ ਕਿ ਬਿਯੋਂਡ 7 ਕਲਰਸ, ਹਾਂਜੀ, ਬਿਯੋਂਡ ਪ੍ਰਕਿਰਤੀ ਦੇ ਐਲੀਮੈਂਟਸ, ਜਾਂ ਯੂਨੀਵਰਸਲ ਪਾਵਰ ਕਹਿ ਲਈਏ ਜੋ, ਹਾਂ, ਜਾਂ ਕਹਿ ਲਈਏ ਕਿ ਬਿਯੋਂਡ 3 ਗੁਣਾ ਰਜ ਤਮ ਸਤ, ਜਾਂ ਅਗਰ ਕਹਿ ਲਈਏ ਕਿ ਜੋ ਵੀ ਉਸਦੇ ਵਾਤ ਪਿੱਤ ਕਫ ਜੋ ਕੁਝ ਵੀ ਪ੍ਰਕਿਰਤੀ ਤੱਕ ਸੀਮਿਤ ਨੇ, ਉਸ ਤੋਂ ਬਾਅਦ ਪਰੇ ਜੋ ਗੁਣਾ ਅਤੀਤ ਹੈ, ਜਿਸ ਦਾ ਕੋਈ ਜਨਮ ਨਹੀਂ, ਜਿਸ ਦੀ ਕੋਈ ਮੌਤ ਨਹੀਂ, ਜਿਸ ਦਾ ਕੋਈ ਰੂਪ ਨਹੀਂ, ਜਿਸ ਦਾ ਕੋਈ ਜੂਨ ਨਹੀਂ, ਜਿਹੜੀ ਕਿ ਸਵੈ ਭੰਗ ਹੈ, ਸੈਲਫ ਇਲੂਮੀਨਸ ਹੈ, ਉਹ ਸੈਲਫ ਇਲੂਮੀਨਸ ਤੋਂ ਸੈਂਟਰ ਆਪਾਂ ਜਿਹੜਾ ਹੀਰਾ ਹੈ, ਦੈਟ ਇਜ਼ ਦਾ ਮੂਲ ਮੰਤਰ ਆਫ ਨਾਨਕ। ਸੋ ਜਿਹੜੇ ਕੋਈ ਮੂਲ ਮੰਤਰ ਕਰਦੇ ਨੇ ਉਹਨਾਂ ਨੇ ਵੀ ਮੂਲ ਮੰਤਰ ਨੂੰ ਤੋਤਾ ਰੱਟ ਬਣਾ ਲਿਆ, ਜਿਹੜੇ ਕੋਈ ਗਾਇਤਰੀ ਮੰਤਰ ਕਰਨੇ ਨੇ ਉਹਨਾਂ ਨੇ ਵੀ ਗਾਇਤਰੀ ਮੰਤਰ ਨੂੰ ਤੋਤਾ ਰੱਟ ਬਣਾ ਲਿਆ। ਅਗਰ ਜਿਹੜੇ ਮੈਂ ਸਾਵਨ ਦਵਨੀਜ਼ ਨੂੰ ਵਿਆਖਿਆ ਕੀਤੀ ਹੈਗੀ ਆ, ਇਹਨਾਂ ਦਵਨੀ ਨੂੰ ਅਸੀਂ ਆਪਣੇ ਹੀ ਸਰੀਰ ਦੇ ਬੈਠ ਕੇ, ਅੱਖਾਂ ਬੰਦ ਕਰਕੇ, ਸਾਇਲੈਂਸ ਵਿੱਚ ਬੈਠ ਕੇ ਫੀਲ ਕਰਕੇ ਕਰੋਗੇ, ਮਤਲਬ ਇਹਨੂੰ ਦਵਨੀ ਨੂੰ ਉਚਾਰਨ ਕਰੀਏ। ਇਹਨਾਂ ਉਚਾਰਨ ਕਰੀਏ ਕਿ ਮਹਿਸੂਸ ਕਰੀਏ ਕਿ ਆਊਟਰ ਮੋਸਟ ਆਰਬਿਟ ਇਜ਼ ਵਾਈਬ੍ਰੇਟਿੰਗ, ਸੈਕੰਡ ਆਰਬਿਟ ਇਜ਼ ਵਾਈਬ੍ਰੇਟਿੰਗ, 7 ਕਲਰਸ ਆਰ ਵਾਈਬ੍ਰੇਟਿੰਗ। ਤੇ ਸਰੀਰ ਦੇ ਵਿੱਚ ਇੱਕ ਜਿਵੇਂ ਇਲੈਕਟ੍ਰਿਕ ਊਰਜਾ ਇਹਦੀ ਤੁਹਾਨੂੰ ਮਹਿਸੂਸ ਹੋਵੇਗੀ। ਇਸ ਇਲੈਕਟ੍ਰਿਕ ਊਰਜਾ ਦੇ ਵਿੱਚੋਂ ਤੁਹਾਨੂੰ ਇੱਕ ਆਨੰਦ ਮਿਲੇਗਾ, ਇੱਕ ਸਾਇਲੈਂਸ ਮਿਲੇਗੀ। ਸੋ ਇਹ ਜੋ ਮੈਂ ਪਿੱਛੇ ਇਹ ਤੁਹਾਨੂੰ ਹੈ ਰੂਪ ਚਿੱਤਰ ਬਣਾਇਆ, ਇਹ ਸਾਡੀ ਜਦੋਂ ਵੀ ਅਸੀਂ ਕਿਸੇ ਪ੍ਰਕਾਰ ਦੀ ਵੀ ਧਿਆਨ ਕਰਨਾ, ਮੈਡੀਟੇਸ਼ਨ ਕਰਨੀ ਹੈਗੀ ਆ, ਤਾਂ ਅਸੀਂ ਕਹਿੰਦੇ ਆ ਕਿ ਗਾਇਤਰੀ ਮੰਤਰ ਦਾ ਉਚਾਰਨ ਕਰੋ। ਗਾਇਤਰੀ ਮੰਤਰ ਦਾ ਉਚਾਰਨ ਇਸੇ ਤਰੀਕੇ ਨਾਲ ਹੀ ਕੀਤਾ ਜਾਵੇ। ਆਪਾਂ ਕਦੇ ਬੈਠਾਂਗੇ ਜਾਂ ਕਿਤੇ ਆਪਾਂ ਫਾਰਮ ਤੇ ਚੱਲਾਂਗੇ, ਹਾਂਜੀ, ਤੇ ਇਸ ਨੂੰ ਪ੍ਰੋਪਰ ਤਰੀਕੇ ਨਾਲ ਉਚਾਰਾਂਗੇ ਐਂਡ ਇਹੀ ਇੱਕ ਮੁੱਢਲੀ ਮੈਡੀਟੇਸ਼ਨ ਬਣ ਜਾਂਦੀ ਹੈਗੀ ਆ ਗਾਇਤਰੀ ਮੰਤਰ ਦੀ। ਇਸੇ ਕਰਕੇ ਤੁਸੀਂ ਮੈਨੂੰ ਕੋਈ ਵੀ ਕਹਿੰਦੇ ਹੁੰਦੇ ਆ ਕਿ ਸੰਸਕ੍ਰਿਤ ਨਾਲ ਤੁਹਾਡਾ ਕਿਉਂ ਇੰਨਾ ਪਿਆਰ ਆ, ਉਹ ਸੰਸਕ੍ਰਿਤ ਇਹਦੇ ਵਿੱਚੋਂ ਪੈਦਾ ਹੋਈ। ਮਿਊਜ਼ਿਕ ਦੇ 7 ਜਿਹੜੇ ਰਾਗਾ ਆਪਣੇ ਇਹ ਸਾਰੇ ਗਮਾ ਪਾ ਹੈ, ਉਹ ਇਹਨਾਂ ਦੇ 7 ਲੇਅਰਸ ਵਿੱਚੋਂ ਹੀ ਪੈਦਾ ਹੋਇਆ। ਸੋ ਇਹਦੀ ਜਿਹੜੀ ਅੰਡਰਸਟੈਂਡਿੰਗ ਆ, ਹਾਂਜੀ ਹਾਂਜੀ, ਇਸ ਚਿੱਤਰ ਦੀ ਅੰਡਰਸਟੈਂਡਿੰਗ ਇਹ ਉਹੀ ਅੰਡਰਸਟੈਂਡਿੰਗ ਹੈ ਕਿ ਇਹ ਪ੍ਰਾਣੀ ਤੇਰੇ ਅੰਦਰ ਉਹ ਹੀਰਾ ਪਿਆ, ਉਹ ਚਮਕ ਰਿਹਾ, ਉਸਦੀ ਚਮਕ ਤੋਂ ਸਾਰਾ ਕੁਝ ਪ੍ਰਕਾਸ਼ਮਾਨ ਆ, ਹੈ, ਆ ਜਾਓ ਲੱਭ ਲਓ, ਉਹਨੂੰ ਲੱਭ ਲਈਏ। ਇਹ ਸਾਡੀ ਐਫਰਟ ਹੈਗੀ ਆ ਭਾਰਤ ਸਾਹਿਬ। ਤੇ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ। ਇਹਨੂੰ ਜਿਹੜਾ ਇਹੋ 7 ਲੇਅਰਸ ਨੂੰ ਆਪਾਂ ਡਿਟੇਲ ਵਿੱਚ ਵੀ ਅਗਲੇ ਕਿਸੇ ਪ੍ਰੋਗਰਾਮ 'ਚ ਡਿਸਕਸ ਕਰਾਂਗੇ। ਸਾਡੇ ਨਾਲ ਤੁਸੀਂ ਜੁੜੇ, ਬਹੁਤ ਵਧੀਆ ਜਾਣਕਾਰੀ ਦਿੱਤੀ। ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਧੰਨਵਾਦ, ਥੈਂਕ ਯੂ ਵੈਰੀ ਮਚ। एक बार फिर आप सबके भीतर स्वयं प्रकाशमान उस
हीरा मई जोत को प्रणाम। थैंक यू डॉक्टर साहब, थैंक यू, थैंक यू, थैंक यू।